ਬੇਸਮੈਂਟ ਲੱਭੀ ਸੀਗੀ ਇੱਕ ਤੇ ਉਹ ਬੇਸਮੈਂਟ 'ਚ ਅਸੀਂ ਸ਼ਿਫਟ ਕੀਤਾ ਤੇ ਉਹ ਬੇਸਮੈਂਟ ਨਿਕਲ ਗਈ ਇਲੀਗਲ। ਉੱਥੇ ਬਹੁਤ ਜ਼ਿਆਦਾ ਬਗਸ ਸੀਗੇ, ਲਾਈਕ ਮੈਂ ਹਫਤਾ ਕੰਮ ਤੇ ਨਹੀਂ ਗਈ ਹੈਗੀ, ਬਹੁਤ ਬੁਰਾ ਹਾਲ ਹੋਇਆ ਮੇਰੀ ਬੋਡੀ ਦਾ। ਅੱਜ ਮੈਂ ਜਿੱਥੇ ਮੇਰੀ ਕੰਮ ਸੀਗਾ ਮੈਂ ਉੱਥੇ ਗਿਆ, ਉੱਥੇ ਕਹਿੰਦੇ ਵੀ ਸੌਰੀ ਬੰਦੇ फुल है ਤੇ ਹੁਣ ਮੈਂ ਵਾਪਸ ਆ ਰਿਹਾ। उस ओनर ने हमें एकदम इंस्टेंट नोटिस दे दिया कि मैं तो अपना घर बेच रहा हूँ, मैं तो अपना घर रिन्यू करा रहा हूँ कि बस चले जाओ। ਮਤਲਬ ਮੈਂ ਇੱਕ ਦਿਨ ਰਹੀ ਸੀ ਐਂਡ ਮੇਰੇ ਰੈਂਟ ਨੂੰ ਮੋੜਨ ਨੂੰ ਵੀ ਉਹ ਇੰਨਾ ਕੁ ਜ਼ਿਆਦਾ ਤੰਗ ਕਰ ਰਹੇ ਸੀ ਕਿ ਮੈਂ ਮਤਲਬ ਪਹਿਲੇ ਦਿਨ ਹੀ ਆ ਕੇ ਇੱਥੇ ਰੋ ਪਈ ਸੀ ਕਿ ਮੈਂ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਰਸ਼ਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਫ ਇਨ ਕੈਨੇਡਾ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਟੂਡੈਂਟਸ ਦੇ ਨਾਲ ਤੇ ਜਿਹੜੇ ਹੋਰ ਇੱਥੇ ਪੰਜਾਬੀ ਰਹਿ ਰਹੇ ਆ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਦੀ ਲਾਈਫ ਕਿੱਦਾਂ ਦੀ ਹੈ ਤੇ ਇਸ ਦੇ ਨਾਲ ਹੀ ਅੱਜ ਦਾ ਆਪਣਾ ਮੇਨ ਸਵਾਲ ਹੋਊਗਾ ਕਿ ਜਿਹੜੇ ਬੇਸਮੈਂਟਸ ਦੇ ਵਿੱਚ ਓਨਰ ਆ ਜਿਹੜੇ ਉਹ ਕਾਫੀ ਤੰਗ ਪਰੇਸ਼ਾਨ ਕਰਦੇ ਆ। ਕਾਫੀ ਕਿਹਾ ਜਾਂਦਾ ਹੈ ਸਟੂਡੈਂਟਸ ਵੱਲੋਂ ਕਿ ਓਨਰਸ ਨੇ ਉਹਨਾਂ ਨੂੰ ਨਾਲ ਇੱਦਾਂ ਬਿਹੇਵ ਕੀਤਾ। ਉਹ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਸਭ ਨੂੰ ਪਤਾ ਹੋਵੇਗਾ ਕਿ ਜਿਹੜੇ ਇੰਸ਼ੋਰੈਂਸ ਤੋਂ ਬਾਅਦ ਵਿੱਚ ਜਦੋਂ ਵੀ ਕੁਝ ਵੀ ਗਲਤ ਹੁੰਦਾ ਆ ਤਾਂ ਗੋ ਫੰਡਸ ਇਕੱਠੇ ਕੀਤੇ ਜਾਂਦੇ ਆ। ਉਹਦੇ ਬਾਰੇ ਵੀ ਆਪਾਂ ਜਿਹੜੇ ਹੈਗੇ ਲੋਕ ਉਹਨਾਂ ਦੀ ਰਾਏ ਲਵਾਂਗੇ ਕਿ ਉਹਨਾਂ ਨੂੰ ਇਸ ਦੇ ਬਾਰੇ ਕੀ ਲੱਗਦਾ ਆ। ਚੱਲਦੇ ਆਂ ਤੇ ਦੇਖਦੇ ਆਂ ਕਿ ਲੋਕਾਂ ਦੇ ਕੀ ਵਿਚਾਰ ਨੇ ਤੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਸੱਚੀ ਓਨਰਸ ਤੰਗ ਕਰਦੇ ਆ ਨਹੀਂ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਨਾਮ? ਮੇਰਾ ਨਾਮ ਗਗਨ। ਤੁਹਾਡਾ ਨਾਮ? ਸੁਖਦੀਪ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਿਹਾ ਨੂੰ? ਮੈਨੂੰ 2.5 ਸਾਲ ਹੋ ਗਏ। ਕਿੱਦਾਂ ਰਿਹਾ 2.5 ਸਾਲ ਦਾ ਐਕਸਪੀਰੀਅੰਸ ਵਧੀਆ ਸੀ, ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਬਹੁਤ ਚੰਗੇ ਮਾੜੇ ਲੋਕ ਵੀ ਮਿਲੇ। ਜਿੱਦਾਂ ਇੰਡੀਆ ਦੇ ਵਿੱਚ ਤਾਂ ਆਪਾਂ ਸਾਰਾ ਕੁਝ ਪੇਰੈਂਟਸ ਦੇ ਉੱਤੇ ਡਿਪੈਂਡੈਂਟ ਹੁੰਦੇ ਆ, ਬਟ ਉਰੇ ਆ ਕੇ ਇੰਡੀਪੈਂਡੈਂਟ ਲਾਈਫ ਬਹੁਤ ਕੁਝ ਸਾਰਾ ਕੁਝ ਆਪ ਕਮਾਉਂਦੇ ਆ, ਸਾਰਾ ਕੁਝ ਆਪ ਲੈ ਕੇ ਆਉਂਦੇ ਆ A to Z। ਵਧੀਆ ਵੀ ਰਿਹਾ ਐਕਸਪੀਰੀਅੰਸ, ਕੁਝ ਬੈਡ ਵੀ ਲਾਈਫ ਦੇ ਵਿੱਚ ਚੈਪਟਰ ਮਿਲੇ। ਤੇ ਜੇ ਆਪਾਂ ਬੈਡ ਦੀ ਗੱਲ ਕਰੀਏ ਤੇ ਬੈਡ ਦੇ ਵਿੱਚ ਸਭ ਤੋਂ ਜ਼ਿਆਦਾ ਗੰਦੀ ਚੀਜ਼ ਕਿਹੜੀ ਲੱਗੀ ਵੀ ਇਦਾਂ ਕਿਉਂ ਹੋ ਗਿਆ? ਸਭ ਤੋਂ ਜ਼ਿਆਦਾ ਇੱਕ ਵਾਰ ਮੈਂ ਨਵੀਂ ਬੇਸਮੈਂਟ ਲਿੱਤੀ ਸੀ, ਮੇਰੀ ਫਰੈਂਡ ਆ ਨਾਲ ਹੀ ਆਈ ਸੀਗੀ, ਇੰਡੀਆ ਤੋਂ ਆਈ ਸੀਗੀ। ਉੱਥੇ ਬਹੁਤ ਜ਼ਿਆਦਾ ਬਗਸ ਸੀਗੇ, ਲਾਈਕ ਮੈਂ ਹਫਤਾ ਕੰਮ ਤੇ ਨਹੀਂ ਗਈ ਹੈਗੀ, ਬਹੁਤ ਬੁਰਾ ਹਾਲ ਹੋਇਆ ਮੇਰੀ ਬੋਡੀ ਦਾ। ਅਤੇ ਉਹ ਓਨਰ ਵੀ ਉਲਟਾ ਆਪਾਂ ਨੂੰ ਰੈਂਟ ਨਹੀਂ ਵਾਪਸ ਕਰ ਰਿਹਾ ਸੀ, ਉਹਨੇ 2 ਮੰਥ ਦਾ ਰੈਂਟ ਸਾਡਾ ਰੱਖ ਲਿਆ। ਉਹਦੇ ਕਰਕੇ ਬਹੁਤ ਅਸੀਂ ਪ੍ਰੋਬਲਮ ਸਫਰ ਕੀਤੀਆਂ। ਤੇ ਓਨਰਸ ਇਹ ਵੀ ਗੱਲ ਆਪਾਂ ਅੱਜ ਕਰ ਹੀ ਰਹੇ ਸੀ ਕਿ ਬੇਸਮੈਂਟਸ ਦੀ ਕਿ ਕਾਫੀ ਇਲੀਗਲ ਬੇਸਮੈਂਟਸ ਵੀ ਰੱਖੀਆਂ ਜਾ ਰਹੀਆਂ ਹੈ। ਓਨਰ ਕਾਫੀ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕਰਦੇ ਆ। ਕੋਈ ਹੋਰ ਪ੍ਰੋਬਲਮ ਜਿਵੇਂ ਹੁੰਦਾ ਹੈ ਕਿ ਓਨਰ ਕਹਿੰਦੇ ਕਿ ਆਹ ਚੀਜ਼ ਨਹੀਂ ਕਰਨੀ, ਉਹ ਚੀਜ਼ ਨਹੀਂ ਕਰਨੀ, ਇੱਦਾਂ ਹੋਇਆ ਕਦੇ? ਹਾਂਜੀ, ਉਹ ਵੀ ਬਹੁਤ ਸੀ। ਲਾਈਕ ਉੱਥੇ 14 ਕੁੜੀਆਂ ਰਹਿੰਦੀਆਂ ਸੀਗੀਆਂ, ਉਹਨੇ ਲਿਵਿੰਗ ਰੂਮ ਦੇ 3 ਰੂਮ ਬਣਾਏ ਹੋਏ ਸੀਗੇ ਅਤੇ ਸਾਨੂੰ ਨਾ ਕੋਈ ਉੱਥੇ ਫਾਇਰ ਅਲਾਰਮ ਸੀ, ਕੋਈ ਫੈਸਿਲਿਟੀ ਨਹੀਂ ਸੀਗੀ ਉੱਥੇ। ਬਹੁਤ ਇਲੀਗਲੀ ਉਹਨਾਂ ਨੇ ਦਿੱਤੀ ਹੋਈ ਸੀ ਰੈਂਟ ਦੇ ਬੇਸਮੈਂਟ, ਅਤੇ ਸਾਨੂੰ ਬਹੁਤ ਹੈਰਾਸ ਵੀ ਕੀਤਾ ਜਦੋਂ ਸਾਡਾ ਰੈਂਟ ਨਹੀਂ ਵਾਪਸ ਕੀਤਾ ਉਹਨਾਂ ਨੇ। ਤੇ ਤੁਸੀਂ ਕਦੇ ਇਸ ਚੀਜ਼ ਦੀ ਕੰਪਲੇਂਟ ਨਹੀਂ ਕਰਨੀ ਚਾਹੀਦੀ ਕਿ ਤੁਹਾਨੂੰ ਹੈਰਾਸਮੈਂਟ ਵੀ ਹੋ ਰਹੀ ਹੈ, ਈਵਨ ਕਿ ਤੁਹਾਡੀ ਗਲਤੀ ਵੀ ਨਹੀਂ ਹੈਗੀ? ਅਸੀਂ ਸੋਚ ਰਹੇ ਹਾਂ ਸੀਗੇ, ਬਟ ਤੁਹਾਨੂੰ ਪਤਾ ਪੇਰੈਂਟਸ ਇੰਡੀਆ ਵਾਲੇ ਥੋੜ੍ਹਾ ਜਿਹਾ ਹੁੰਦਾ ਉਹਨਾਂ ਨੂੰ ਵੀ ਕਿਉਂ ਆਪਾਂ ਇੱਦਾਂ ਇਨਵੋਲਵ ਹੋਣਾ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਥੋੜ੍ਹਾ ਜਿਹਾ ਉਹਦੇ ਕਰਕੇ ਚੁੱਪ ਕਰ ਜਾਈਦਾ ਆਪਾਂ। ਤੇ ਇਹ ਤਾਂ ਚਲੋ ਬੇਸਮੈਂਟਸ ਦੀ ਗੱਲ ਹੋ ਗਈ। ਤੇ ਇੱਕ ਆਪਾਂ ਗੱਲ ਕਰ ਰਹੇ ਹਾਂ ਕਿ ਇੰਸ਼ੋਰੈਂਸ ਜਿਹੜੀਆਂ ਹੈਗੀਆਂ ਉਹਦੇ ਵੀ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਕਿਉਂਕਿ ਇੰਸ਼ੋਰੈਂਸ ਨਹੀਂ ਇੱਥੇ ਕਿਸੇ ਨੇ ਕਰਵਾਈ ਹੁੰਦੀ। ਬਾਅਦ ਵਿੱਚ ਫੰਡਸ ਵਗੈਰਾ ਇਕੱਠੇ ਹੁੰਦੇ ਆ ਜਦੋਂ, ਤੇ ਉਹਦੇ ਬਾਰੇ ਕੀ ਕਹੋਗੇ? ਜਿੱਦਾਂ ਪਹਿਲਾਂ ਆਪਾਂ ਸਟੂਡੈਂਟ ਆਉਂਦੇ ਆ, ਉਹਦੇ ਲਈ ਤਾਂ ਆਪਣੀ ਕਾਲਜ ਵੱਲੋਂ ਇੰਸ਼ੋਰੈਂਸ ਹੁੰਦੀ ਆ। ਉਸ ਤੋਂ ਬਾਅਦ ਜਦੋਂ ਆਪਾਂ ਵਰਕ ਪਰਮਿਟ 'ਤੇ ਹੋ ਜਾਂਦੇ ਆ, ਥੋੜ੍ਹੇ ਜਿਹੇ ਸਟੂਡੈਂਟ ਅਣਗਹਿਲੀ ਕਰ ਲੈਂਦੇ ਆ। ਜਿੱਦਾਂ ਹੈਲਥ ਕਾਰਡ ਨਹੀਂ ਹੁੰਦੇ ਹੈਗੇ ਉਹਨਾਂ ਦੇ, ਹੈਲਥ ਕਾਰਡ ਦੇ ਵਿੱਚ ਜਿੱਦਾਂ ਆਪਾਂ ਥੋੜ੍ਹਾ ਜਿਹਾ ਆਪਾਂ ਨੂੰ ਐਫਰਟ ਲਾਉਣੇ ਪੈਂਦੇ ਆ। ਜਿੱਦਾਂ ਹੁਣ ਮੈਂ ਵੀ ਆਪਣਾ ਹੈਲਥ ਕਾਰਡ ਬਣਵਾਇਆ ਸੀਗਾ, ਮੈਨੂੰ 3 ਵਾਰ ਵਾਪਸ ਆਉਣਾ ਪਿਆ, ਅਤੇ ਥੋੜ੍ਹਾ ਜਿਹੀ ਲਾਈਕ ਆਪਾਂ ਨੂੰ ਖੇਚਲ ਕਰਨੀ ਪੈਂਦੀ ਆ। ਥੋੜ੍ਹੇ ਜਿਹੇ ਇੰਸ਼ੋਰੈਂਸ ਵਗੈਰਾ ਆਪਾਂ ਨੂੰ ਖੁਦ ਵੀ ਲੈਣੀਆਂ ਚਾਹੀਦੀਆਂ ਨੇ ਥੋੜ੍ਹਾ। ਤੇ ਜਦੋਂ ਆਪਾਂ ਆਉਂਦੇ ਆ ਤੁਹਾਨੂੰ ਕਿਸੇ ਨੇ ਰਿਸੀਵ ਕੀਤਾ ਸੀ, ਫਰੈਂਡਸ ਨੇ ਜਾਂ ਰਿਲੇਟਿਵ? ਜਾਂ ਮੇਰੀ ਉਹਦੀ ਸਿਸਟਰ ਇਨ ਲਾਅ ਸੀਗੀ, ਉਹਨਾਂ ਨੇ ਰਿਸੀਵ ਕੀਤਾ ਸੀਗਾ। ਬਟ ਮੇਰਾ ਤਾਂ ਐਕਸਪੀਰੀਅੰਸ ਬਹੁਤ ਗੁੱਡ ਰਿਹਾ ਰਿਲੇਟਿਵਸ ਦੇ ਨਾਲ। 8 ਮਹੀਨੇ ਮੈਂ ਉਹਨਾਂ ਦੇ ਨਾਲ ਹੀ ਰਹੀ ਹਾਂ। ਕਹਿੰਦੇ ਕਿ ਇੱਥੇ ਰਿਸ਼ਤੇਦਾਰ ਘੱਟ ਵੱਧ ਹੀ ਨਿਭਾਉਂਦੇ ਆ, ਇਦਾਂ ਦਾ ਕੁਝ ਨਹੀਂ ਹੋਇਆ? ਜਾਂ ਮੋਸਟਲੀ ਮੈਂ ਸੁਣਿਆ, ਜਿੱਥੋਂ ਤੱਕ ਮੇਰੀ ਫਰੈਂਡਸ ਦਾ ਐਕਸਪੀਰੀਅੰਸ ਆ ਉਹਨਾਂ ਦੇ ਨਾਲ ਸਾਰਿਆਂ ਨਾਲ ਇੱਦਾਂ ਹੀ ਹੋਇਆ। ਬਟ ਮੇਰੇ ਨਾਲ ਮੈਂ ਬਹੁਤ ਜਿੱਦਾਂ ਲੱਕੀ ਕਹਿ ਸਕਦੀ ਹਾਂ, ਮੇਰੀ ਸਿਸਟਰ ਇਨ ਲਾਅ ਨੇ ਮੇਰਾ ਬਹੁਤ ਲਾਈਕ ਖਿਆਲ ਰੱਖਿਆ। ਕੰਮਕਾਰ ਦੀ ਗੱਲ ਕਰੀਏ, ਕੰਮਕਾਰ ਲੱਭਣਾ ਇੱਥੇ ਕਿੰਨਾ ਔਖਾ ਆ? ਕੰਮਕਾਰ ਦੀ ਤਾਂ ਬਹੁਤ ਪ੍ਰੋਬਲਮ ਆਉਂਦੀ ਆ। ਜਿੱਦਾਂ ਪਹਿਲਾਂ ਮੇਰਾ ਕਾਲਜ 5 ਦਿਨ ਸੀਗਾ, 2 ਸਮੈਸਟਰ ਮੇਰੇ ਤੋਂ ਤਾਂ ਕੰਮ ਹੋਇਆ ਹੀ ਨਹੀਂਗਾ। ਪਾਰਟ ਟਾਈਮਰ ਹੁੰਦੇ ਆ ਜਿਹੜੇ ਸਟੂਡੈਂਟ, ਉਹਨਾਂ ਨੂੰ ਤਾਂ ਕੋਈ ਜਲਦੀ ਕੰਮ ਦੇ ਕੇ ਖੁਸ਼ ਨਹੀਂ ਹੈਗਾ।
ਤੇ ਜਿਹੜੇ ਸਟੂਡੈਂਟਸ ਆਉਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹ ਕਹਿ ਰਹੀ ਹਾਂ ਵੀ ਪੂਰਾ ਮੈਂਟਲੀ ਐਂਡ ਫਿਜ਼ੀਕਲੀ ਪੂਰਾ ਸਟੇਬਲ ਹੋ ਕੇ ਆਓ। ਇੱਥੇ ਤੁਹਾਨੂੰ ਪ੍ਰੋਬਲਮਸ ਵੀ ਆਉਣਗੀਆਂ, ਲਾਈਕ ਇਹ ਕੰਟਰੀ ਹੈਗੀ ਵੀ ਬਹੁਤ ਵਧੀਆ ਵਾ, ਤੁਸੀਂ ਬਹੁਤ ਕੁਝ ਸਿੱਖੋਗੇ, ਬਹੁਤ ਕੁਝ ਕਮਾਓਗੇ, ਬਹੁਤ ਆਪਣਾ ਨਾਮ ਵੀ ਰੋਸ਼ਨ ਕਰ ਸਕਦੇ ਆ। ਬਸ ਤੁਸੀਂ ਹਾਰਡ ਵਰਕ ਕਰੋ, ਦੈਟਸ ਇਟ। ਘਰਦਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਘਰਦਿਆਂ ਨੂੰ ਬਸ ਕੁਛ ਨਹੀਂ, ਮੈਂ ਬਹੁਤ ਖੁਸ਼ ਹਾਂ ਉਰੇ, ਲਾਈਕ ਮੇਰੀ ਸਟੱਡੀ ਡਨ ਹੋ ਗਈ, PR ਅਪਲਾਈ ਕਰਤੀ, ਜਲਦੀ ਤੁਹਾਨੂੰ ਵੀ ਬੁਲਾ ਲੂੰਗੀ। ਮੇਰੇ ਹਸਬੈਂਡ ਇੰਡੀਆ, ਸਭ ਤੋਂ ਵੱਡਾ ਮੈਸੇਜ ਉਹਨਾਂ ਨੂੰ ਆ, ਤੇ ਮੈਂ ਬਹੁਤ ਜਲਦੀ ਵੇਟ ਕਰ ਰਹੀ ਹਾਂ, ਜਲਦੀ ਆ ਜਾਣ। ਆਈ ਹੋਪ ਉਹਨਾਂ ਨੂੰ ਵੀਜ਼ਾ ਮਿਲੂਗਾ ਜਲਦੀ। ਮੈਂ ਹਸਬੈਂਡ ਦਾ ਮੈਨੂੰ ਇੱਕ ਕੁਐਸਚਨ ਯਾਦ ਆ ਗਿਆ ਕਿ ਅੱਜ ਕੱਲ ਵੈਸੇ ਇਹ ਵੀ ਕਾਫੀ ਜ਼ਿਆਦਾ ਕੇਸਿਸ ਚੱਲ ਰਹੇ ਆ ਹਸਬੈਂਡ ਵਾਈਫ ਵਾਲੇ, ਤੇ ਕਿਹਾ ਜਾਂਦਾ ਕਿ ਕੁੜੀਆਂ ਨੂੰ ਬਹੁਤ ਬਲੇਮ ਕੀਤਾ ਜਾਂਦਾ, ਕੁੜੀਆਂ ਗਲਤ ਕੰਮਾਂ 'ਚ ਪੈ ਜਾਂਦੀਆਂ ਇੱਥੇ ਆ ਕੇ। ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਮੇਨ ਰੀਜ਼ਨ ਕੀ ਹੋਊਗਾ? ਮੇਨ ਰੀਜ਼ਨ ਇੱਕ ਅੰਡਰਸਟੈਂਡਿੰਗ ਦੀ ਵੀ ਪ੍ਰੋਬਲਮ ਹੁੰਦੀ ਹੈ, ਜਿੱਦਾਂ ਕੁੜੀਆਂ ਜਲਦੀ ਵਿਆਹ ਕਰਾ ਕੇ ਥੋੜੇ ਟਾਈਮ ਦੇ ਵਿੱਚ ਆ ਜਾਂਦੀਆਂ ਨੇ, ਪਾਰਟਨਰ ਦੇ ਨਾਲ ਇੰਨੀ ਅੰਡਰਸਟੈਂਡਿੰਗ ਨਹੀਂ ਹੁੰਦੀ ਹੈਗੀ। ਮੇਰੇ ਤਾਂ ਹਸਬੈਂਡ ਦੇ ਨਾਲ ਮੈਂ ਆਫਟਰ 2.5 ਈਅਰ ਆਈ ਸੀਗੀ, ਬਾਅਦ ਆਈ ਸੀ ਮੈਰਿਜ ਤੋਂ। ਸਾਡਾ ਬਹੁਤ ਵਧੀਆ ਰਿਲੇਸ਼ਨ ਆ, 5 ਈਅਰ ਹੋ ਗਏ ਮੈਰਿਜ ਨੂੰ। ਬਟ ਕਈ ਲੋਕ ਮੇਰੇ ਕਹਿੰਦੇ ਵੀ ਆ ਹਸਬੈਂਡ ਨੂੰ ਤੇਰਾ ਅਜੇ ਤੱਕ ਬਣਿਆ ਨਹੀਂ, ਬਟ ਸਾਡੇ 'ਚ ਅੰਡਰਸਟੈਂਡਿੰਗ ਬਹੁਤ ਗੁੱਡ ਆ। ਥੋੜੀ ਅੰਡਰਸਟੈਂਡਿੰਗ ਦੀ ਵੀ ਪ੍ਰੋਬਲਮ ਹੁੰਦੀ ਆ, ਕਈ ਹਸਬੈਂਡ ਦਾ ਵੀ ਪ੍ਰੈਸ਼ਰ ਹੁੰਦਾ, ਡਿਪੈਂਡ ਕਰਦਾ ਸਿਚੁਏਸ਼ਨ ਤੇ। ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਕੈਨੇਡਾ ਦਾ? ਮੈਂ ਤਾਂ ਹਲੇ ਹੁਣੇ ਆਈ ਹਾਂ ਤਾਂ ਮੇਰਾ ਇੰਨਾ ਐਕਸਪੀਰੀਅੰਸ ਹੋਇਆ ਨਹੀਂ। ਜਿਵੇਂ ਇਹਨਾਂ ਨੇ ਤੁਹਾਨੂੰ ਬੇਸਮੈਂਟ ਦੀ ਗੱਲ ਦੱਸੀ ਸੀ, ਮੈਂ ਫਸਟ ਡੇ ਹੀ ਸੀਗਾ ਉਸ ਦਿਨ, ਸੈਕੰਡ ਡੇ ਮਤਲਬ ਮੈਂ ਇਹਨਾਂ ਨਾਲ ਸ਼ਿਫਟ ਹੋਈ ਸੀ। ਮੇਰਾ ਕੁਆਰੰਟੀਨ ਪੈਕ ਖਤਮ ਹੋਇਆ ਸੀਗਾ ਉਸ ਦਿਨ, ਐਂਡ ਮੈਂ ਸੈਕੰਡ ਡੇ ਇਹਨਾਂ ਨਾਲ ਸ਼ਿਫਟ ਹੋਈ ਤਾਂ ਮੈਨੂੰ ਪਹਿਲੇ ਦਿਨ ਹੀ ਇਹ ਸਭ ਕੁਝ ਦੇਖਣ ਨੂੰ ਮਿਲਿਆ ਕਿ ਬਗਸ ਵਗੈਰਾ ਦੀ ਪ੍ਰੋਬਲਮ। ਐਂਡ ਰੈਂਟ ਮੇਰਾ ਸਾਰਾ ਹੀ ਮੈਂ 400 ਦਾ ਰੈਂਟ ਦਿੱਤਾ ਹੋਇਆ ਸੀ, ਐਂਡ ਲਾਸਟ ਵੀ ਦੇਣਾ ਸੀਗਾ। ਵਧੀਆ, ਥੈਂਕ ਗੋਡ ਮੈਂ ਦਿੱਤਾ ਨਹੀਂ। ਐਂਡ ਮੇਰਾ ਵੀ ਮਤਲਬ ਮੈਂ ਇੱਕ ਦਿਨ ਰਹੀ ਸੀ, ਐਂਡ ਮੇਰੇ ਰੈਂਟ ਨੂੰ ਮੋੜਨ ਨੂੰ ਵੀ ਉਹ ਇੰਨਾ ਕੁ ਜ਼ਿਆਦਾ ਤੰਗ ਕਰ ਰਹੇ ਸੀ ਕਿ ਮੈਂ ਮਤਲਬ ਪਹਿਲੇ ਦਿਨ ਹੀ ਆ ਕੇ ਇੱਥੇ ਰੋ ਪਈ ਸੀ ਕਿ ਮੈਂ ਪਹਿਲਾਂ ਕਦੇ ਇੱਦਾਂ ਦਾ ਐਕਸਪੀਰੀਅੰਸ ਨਹੀਂ ਸੀ ਕੀਤਾ। ਕਿਉਂਕਿ ਤੁਹਾਨੂੰ ਵੀ ਪਤਾ ਇੰਡੀਆ ਘਰ ਦੇ ਹੈ ਨਾ, ਆਪਾਂ ਇੱਦਾਂ ਦਾ ਰਹਿੰਦਾ ਆਪਣਾ ਕਿ ਆਪਣੀ ਮੈਂਟੈਲਿਟੀ ਆਪਾਂ ਘਰਦਿਆਂ ਦੇ ਨਾਲ ਹੀ ਉੱਥਾਂ ਹੀ ਮੇਨਟੇਨ ਉਨੀ ਕੁ ਜਗ੍ਹਾ ਤੱਕ ਹੀ ਰਹਿ ਜਾਂਦੇ ਹਾਂ। ਮੈਨੂੰ ਇੰਨੀ ਜ਼ਿਆਦਾ ਡਿਫਿਕਲਟੀ ਨਹੀਂ ਆਈ ਕਿਉਂਕਿ ਮੈਂ ਪਹਿਲਾਂ ਹੋਸਟਲ ਲਾਈਫ ਦੇਖੀ ਸੀ ਤਾਂ ਮੈਂ ਕੋਪ ਅਪ ਕਰ ਲੈਂਦੀ ਸੀ ਉਹ ਚੀਜ਼ ਨਾਲ। ਪਰ ਫਿਰ ਜਦੋਂ ਮੈਂ ਉਹ ਚੀਜ਼ ਦੇਖੀ ਆ ਕੇ ਇੱਥੇ, ਉਹ ਇੱਕਦਮ ਮੇਰੇ ਲਈ ਨਿਊ ਐਕਸਪੀਰੀਅੰਸ ਸੀ ਤਾਂ ਮੈਨੂੰ ਉਹ ਚੀਜ਼ 'ਚ ਪ੍ਰੋਬਲਮ ਆਈ ਆ। ਹੋਰ ਤਾਂ ਮੇਰਾ ਹਲੇ ਕੋਈ ਇੰਨਾ ਐਕਸਪੀਰੀਅੰਸ ਹੋਇਆ ਨਹੀਂ ਹੈਗਾ। ਕੰਮ ਵੀ ਮੈਂ ਹੁਣੇ ਲੱਗੀ ਹਾਂ ਕਿਉਂਕਿ ਮੈਂ ਕੋਵਿਡ ਕਰਕੇ ਸਿਨ ਦਾ ਵੀ ਔਨਲਾਈਨ ਹੀ ਅਪਲਾਈ ਕਰਨਾ ਪੈਂਦਾ ਸੀ ਤਾਂ ਮੇਰਾ 2 ਮੰਥ ਬਾਅਦ ਸਿਨ ਆਇਆ ਤਾਂ ਉਹਦੇ 'ਚ ਵੀ ਮੈਨੂੰ ਬੜੀ ਪ੍ਰੋਬਲਮ ਆਈ ਆ। ਹੁਣ ਮੈਂ ਕੰਮ ਲੱਗੀ ਹਾਂ। ਤੇ ਜਿਹੜੇ ਆਉਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਆਪਣੇ ਆਲੇ ਦੁਆਲੇ ਰਹਿ ਰਹੇ ਆ ਜਿਨ੍ਹਾਂ ਨਾਲ ਇਦਾਂ ਦਾ ਕੁਝ ਹੋ ਰਿਹਾ ਹੋਵੇ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਕਿੱਦਾਂ ਇਸ ਚੀਜ਼ ਦੇ ਨਾਲ ਆਪਾਂ ਟੈਕਲ ਕਰਦੇ? ਉਹ ਤਾਂ ਜੇ ਆਪਾਂ ਮੈਂਟੈਲਿਟੀ ਆਪਣੀ ਠੀਕ ਆ, ਆਪਾਂ ਮੈਂਟਲੀ ਸਟਰੋਂਗ ਆ ਉਹ ਚੀਜ਼ ਨਾਲ ਫਾਈਟ ਕਰਨ ਦੇ ਲਈ। ਇੱਕ ਆਪਾਂ ਨੂੰ ਘਰਦਿਆਂ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਪਹਿਲਾਂ ਹੀ ਇੱਦਾਂ ਦਾ ਬਣਾਉਣ ਕਿ ਆਪਾਂ ਉਹ ਚੀਜ਼ ਨਾਲ ਚੱਲ ਸਕੀ ਉਹ ਚੀਜ਼। ਮਤਲਬ ਹੈ ਨਾ, ਕਈ ਕਰਦੇ ਹੁੰਦੇ ਆ ਬੱਚਿਆਂ ਨੂੰ ਪਹਿਲਾਂ ਬਹੁਤ ਸੋਲ ਰੱਖਦੇ ਆ ਕਿ ਇਹ ਚੀਜ਼ ਨਹੀਂ ਕਰਨੀ ਬੱਚਿਆਂ ਨੂੰ, ਜਾਂ ਉੱਥੇ ਨਹੀਂ ਜਾਣ ਦੇਣਾ ਬੱਚਿਆਂ ਨੂੰ। ਥੋੜ੍ਹਾ ਜਿਹਾ ਖੁੱਲ੍ਹ ਵੀ ਦਿਓ ਉਹਨਾਂ ਨੂੰ। ਜੇ ਆਪਾਂ ਬਾਹਰਲਾ ਇਨਵਾਇਰਮੈਂਟ ਇੰਡੀਆ ਆਪਾਂ ਘੁੰਮ ਸਕਦੇ ਹਾਂ ਤਾਂ ਆਪਾਂ ਨੂੰ ਇੱਧਰ ਆ ਕੇ ਕੋਈ ਪ੍ਰੋਬਲਮ ਨਹੀਂ ਆਊ। ਹੁਣ ਕੀ ਹੁੰਦਾ ਕਿ ਬੱਚੇ ਪਹਿਲਾਂ ਉੱਧਰ ਘਰਦਿਆਂ ਦੇ ਨਾਲ ਹੀ ਜ਼ਿਆਦਾ ਰਹਿੰਦੇ ਨੇ ਕਿ ਘਰਦਿਆਂ ਤੋਂ ਬਿਨਾਂ ਕਿਤੇ ਜਾਣਾ ਨਹੀਂ ਜਾਂ ਆਉਣਾ ਨਹੀਂ। ਇੱਧਰ ਆ ਕੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ, ਉਹ ਮਤਲਬ ਸਟੇਬਲ ਨਹੀਂ ਰਹਿੰਦੇ ਇਹ ਚੀਜ਼ ਨਾਲ। ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਸ਼ਾਇਦ ਇੱਥੇ ਇਕੱਲੇ ਜਾ ਨਹੀਂ ਸਕਦੇ ਹੈਗੇ ਜਾਂ ਉਹ ਨਹੀਂ ਕਰ ਸਕਦੇ। ਜੇ ਆਪਾਂ ਉੱਥੇ ਜਾ ਕੇ ਉੱਥੇ ਇਕੱਲੇ ਰਵਾਂਗੇ ਤਾਂ ਆਪਾਂ ਇੱਥੇ ਆ ਕੇ ਸ਼ਾਇਦ ਉਹਦਾ 20% ਆਪਾਂ ਮੋੜ ਸਕਦੇ ਹਾਂ, ਨਹੀਂ ਤਾਂ ਨਹੀਂ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? मेरा नाम अनुज रमन। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਹੇ? मैंने 2.5 ईयर्स। ਕਿੱਦਾਂ ਦਾ ਰਿਹਾ ਐਕਸਪੀਰੀਅੰਸ 2.5 ਇਅਰਸ ਦਾ? एक्सपीरियंस देखो ठीक ही है, पॉजिटिव भी है नेगेटिव भी है। पॉजिटिव ये है कि यहाँ के इंसान अपने इंडिपेंडेंट बनना सीखता है, काम करता है, मेहनत हार्ड वर्क ये चीज़ें उसको पता लगती हैं। नेगेटिव ये है कि जो चीज़ें इंडिया में लोगों को दिखाई जाती हैं कि वहाँ पे ऐसा होगा वहाँ पे ऐसा होगा, इतना सुनहरा कुछ नहीं है। लोगों को दिखती हैं दूर से, लेकिन यहाँ के पता लगता है कि असलियत क्या है। लाइक यहाँ के लोगों को सरकार क्या फैसिलिटी देती है, जो यहाँ लोग पहले सेटल हैं वो नए लोगों के साथ किस तरीके से बिहेव करते हैं, उनको क्या क्या प्रोवाइड करते हैं क्या नहीं करते हैं, इस तरीके से। ਜਿਵੇਂ ਕਿ ਤੁਸੀਂ ਕਿਹਾ ਕਿ ਪੁਰਾਣੇ ਜਿਹੜੇ ਲੋਕ ਇੱਥੇ ਪਹਿਲਾਂ ਤੋਂ ਰਹਿ ਰਹੇ ਆ ਉਹਦੇ ਕੰਪੈਰੀਜ਼ਨ ਕੀਤਾ ਤੁਸੀਂ, ਤੁਹਾਨੂੰ ਕੀ ਲੱਗਦਾ ਉਹ ਤੰਗ ਪਰੇਸ਼ਾਨ ਕਰਦੇ ਜਿਹੜੇ ਹੁਣ ਆ ਰਹੇ ਉਹਨਾਂ ਨੂੰ? देखो सब एक बराबर तो है नहीं, कुछ ठीक है कुछ गलत भी हैं, लेकिन मैंने कई जगह कुछ लोगों से देखा भी है, सुना भी है और पर्सनल एक्सपीरियंस भी है। तो वो लोग सोचते हैं कि बस वही बात है, इनके साथ कर लो जो करना है तुम्हें, जैसे रेंट कोई लाइक पेपर प्रॉपर डॉक्यूमेंट चीज़ें नहीं, बस वही बात है विन विन सिचुएशन। ये सोचते हैं कि उनको भी फ़ायदा हमको डबल फ़ायदा, उनसे किराया लिया और अपने घर की मॉर्गेज भर दी। यही स्टोरी ऑल ओवर कनाडा, इसमें कोई लुकी छिपी बात कहीं से भी नहीं है।
ਤੇ ਕਿਹਾ ਜਾਂਦਾ ਹੈ ਕਿ ਜਿਹੜੇ ਓਨਰਸ ਆ, ਤੁਸੀਂ ਘਰਾਂ ਦੀ ਗੱਲ ਕਰ ਰਹੇ ਹੋ ਹੁਣ, ਓਨਰਸ ਆ ਕਾਫੀ ਜ਼ਿਆਦਾ ਤੰਗ ਕਰਦੇ ਆ ਜਿਹੜੇ ਰਹਿ ਰਹੇ, ਜੋ ਸਪੈਸ਼ਲੀ ਜਿਹੜੇ ਨਵੇਂ ਸਟੂਡੈਂਟਸ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾਗਾ। ਤੁਹਾਡੇ ਨਾਲ ਇਦਾਂ ਕੁਝ ਹੋਇਆ ਹੋਵੇ ਜਾਂ ਫਿਰ ਕਿਸੇ ਹੋਰ ਨੇ ਤੁਹਾਡੇ ਨੋਨ 'ਚ ਐਕਸਪੀਰੀਅੰਸ ਕੀਤਾ ਹੋਵੇ? हाँ जी, हमारे साथ एक घर में हुआ है। जैसे हम एक घर में रह रहे थे, साल 1.5 साल से रह रहे थे, बहुत सब कुछ बढ़िया था, सब कुछ अच्छा था, लेकिन उस घर में थोड़ी लाइक दीवारें फैसिलिटी ख़राब होनी शुरू हुई। हमने उनको बोला कि ये ठीक करा दो, पानी की प्रॉब्लम। इनफैक्ट विंटर्स में उस घर की हीट नहीं चल रही थी। विंटर्स में हमने इतना वो किया है कि बस पूछो ही मत। विंटर्स में हीट के बिना कैसे रह सकते हैं कनाडा में, बिल्कुल भी नहीं। फिर 1-2 बार थोड़ी सी कहा सुनी होने के बाद उस ओनर ने हमें एकदम इंस्टेंट नोटिस दे दिया कि मैं तो अपना घर बेच रहा हूँ, मैं तो अपना घर रिन्यू करा रहा हूँ कि बस चले जाओ। लास्ट के 10 दिन में हम लोगों ने इतनी मुश्किल से अलग अलग, हम घर में 5-6 लोग रहते थे, दो कहीं, हमने मजबूरी में किसी के पास एडजस्ट हुए हैं, जो कि हम 5-6 फ्रेंड्स 2 साल से इकट्ठे रह रहे थे। तो ये देख लो, ये इफेक्ट ही एक तरीके का एक टाइम एविक्शन नोटिस का रूल है, 1 महीना पहले देने होता है, उसने हमको 1-2 हफ्ते में दे दिया था। ਤੇ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਫਿਰ ਉਹਦੇ ਤੇ, ਜਦੋਂ ਤੁਹਾਨੂੰ ਇੰਨੀ ਕੁਇਕਲੀ ਉਹਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਗਲਤ ਆ, ਫਿਰ ਵੀ? बस वही बात है, फिर उस टाइम मूव होना पड़ा, सबकी मजबूरी थी, किसी का काम, किसी को कहीं जाना था, तो वही बात है। 5-6 मिलके कुछ करते तो करते, फिर अकेला हम क्या करते। ਤੇ ਇੱਕ ਕੰਮਕਾਰ ਦੇ ਬਾਰੇ ਵੀ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਲੋਕਾਂ ਨੂੰ ਲੱਗਦਾ कि ਇੱਥੇ ਬਹੁਤ ਸੌਖਾ ਹੈ ਕੰਮ करना, पैसे बनाना, ਉਹਦੇ ਬਾਰੇ ਕੀ ਕਹੋਗੇ? नहीं, काम का पॉइंट बिल्कुल क्लियर ऐसा है। काम में क्या है, इंडिया में लोगों को जॉब नहीं मिलती। ओके, हम मान गए कि इंडिया में अनएम्प्लॉयमेंट बहुत फैली हुई है, ओके नो प्रॉब्लम, यहाँ के जॉब इजीली मिल जाते हैं, लेकिन आप जॉब का लेवल और वो चीज़ें तो देखो। आप अगर महीने में 4,000-5,000 कमा रहे हो, तो आप 1500 से 1800 टैक्स दे रहे हो, $2,000, यानी कि 1 लाख रुपए इंडिया का टैक्स में जाता है। इतना तो कोई नया लोग आके कमा भी नहीं पाता जितना कि हम टैक्स देते हैं वर्क परमिट पे। और जो लोगों को यहाँ फैसिलिटी वगैरह ये दिखती हैं सर्विसेज कि यहाँ तो ये है, यहाँ तो ये है, इंडिया में कुछ नहीं है, इतना ज़्यादा टैक्स आप लोगों से लिया जाता है कि उसके अराउंड, उसके कंपैरिजन में ये सर्विसेज वर्थ इट भी नहीं है। मैं आपको अपना एक पुलिस का एक्सपीरियंस बताता हूँ। लोग यहाँ पुलिस की बहुत तारीफ करते हैं। मेरी गाड़ी का एक्सीडेंट हो गया, मैं पुलिस वाले के पास गया, पुलिस वाले ने मेरे को पेन दिया, मैं पुलिस वाला मेरे को कहता वापस मेरे को पेन दे, मैंने उसको दूसरा पेन दे दिया, वो कहता विच इज़ माई पेन, आई सेड पेन इज़ ऑल अबाउट टू राइट। सो यहाँ के पुलिस वाले भी इस तरीके से बिहेव करते हैं। द डे यू गोट दैट बैज यू विल बी विद इन पावर। सो सर्विसेज ठीक हैं, लेकिन वही बात है, जितना ज़्यादा वहाँ से लोग सोचते हैं कि वहाँ सब कुछ जाते ये हो जाएगा, ऐसा नहीं है। हार्ड वर्क मेहनत करोगे कुछ मिलेगा भी। हम ये नहीं कह रहे कि यहाँ सब कुछ गलत है, लेकिन वही बात है, मैटर करती हैं चीज़ें। ਤੇ ਇੱਕ ਗੱਲ ਕੀਤੀ ਜਾਂਦੀ ਹੁੰਦੀ ਹੈ ਇੰਸ਼ੋਰੈਂਸ ਦੇ ਬਾਰੇ ਕਿ ਆਪਣੀ ਜਿਵੇਂ ਹੈਲਥ ਇੰਸ਼ੋਰੈਂਸ ਹੁੰਦੀ ਆ ਸਟੱਡੀ ਪਰਮਿਟ ਵਾਲਿਆਂ ਦੀ, ਉਹਨਾਂ ਕੋਲ ਕਾਲਜ ਇੰਸ਼ੋਰੈਂਸ ਹੁੰਦੀ ਹੈ, ਪਰ ਬਾਅਦ ਵਿੱਚ ਵੀ ਇੰਸ਼ੋਰੈਂਸ ਜਿਹੜੀ ਹੁੰਦੀ ਆ ਕਿ ਜਦੋਂ ਕੁਝ ਵੀ ਮਿਸ ਹੈਪਨਿੰਗ ਹੁੰਦੀ ਆ ਤਾਂ ਗੋ ਫੰਡ ਆ ਜਿਹੜੇ ਇਕੱਠੇ ਕੀਤੇ ਜਾਂਦੇ ਆ ਸਟੂਡੈਂਟਸ ਦੀ ਹੈਲਪ ਦੇ ਲਈ ਜਾਂ ਫਿਰ ਕੋਈ ਹੋਰ ਕਿਸੇ ਹੋਰ ਦੀ ਵਰਕ ਹੈਲਪ ਦੇ ਲਈ, ਤੇ ਉਹਦੇ ਬਾਰੇ ਕੀ ਕਹੋਗੇ कि इंश्योरेंस ही नहीं करवाते ਜਦੋਂ कोई लोग? इंश्योरेंस करानी चाहिए, क्योंकि वही बात है, अगर कोई बच्चे यहाँ आए हुए हैं जिनकी फैमिली भी बैक होम है, तो खुदा ना खास्ता अगर उनको कल को कभी हो जाता है तो एटलीस्ट उनकी फैमिली को एक सपोर्ट। क्योंकि ठीक है 50% लोग अपने पैसे से अपने बच्चों को भेजते होंगे, लेकिन बहुत सारे लोग ऐसे भी हैं जो कि लाइक डेट लेके, कर्जा उठा के अपने बच्चों को यहाँ भेजते हैं। तो उनको एटलीस्ट इतना सोचना चाहिए कि भाई अगर कल को कुछ हो जाए तो एटलीस्ट ये, और गो फंड मी से ऐसे फ्रॉड भी हो सकते हैं, दुनिया भर के स्कैम देखने को मिले हैं हमको सामने, तो इसलिए इंश्योरेंस तो करवानी चाहिए। ਤੇ ਜਿਹੜੇ ਨਵੇਂ ਸਟੂਡੈਂਟਸ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਲਾਈਫ ਇੱਥੋਂ ਦੀ ਇਦਾਂ ਆ ਰੀਅਲ? तो यहाँ की ज़िंदगी ऐसी है, जो मेरा पर्सनल एक्सपीरियंस है, यहाँ आओ, लेकिन वही बात है, कुछ पढ़ो, कुछ अच्छे से पढ़ो और किसी चीज़ को पाओ। ये सिंपल, अगर आप कहीं भी काम जाते हो आपको नौकरी तो मिल जाती है, लेकिन वही बात है, उसका लॉन्ग टर्म कुछ नहीं है, कुछ नहीं बनना। आप दूसरों के लिए काम कर रहे हो, जब तक आप फ्री नहीं बैठोगे और आपके लिए कोई और काम नहीं करेगा, तब तक आपकी ज़िंदगी में कोई सक्सेस नहीं। यहाँ आओ, कुछ सीखो, कुछ ऐसा बिजनेस करो कि लाइक आप फ्री बैठे हो लेकिन आपके लिए कोई और पैसे कमा रहा है। ये हार्ड वर्क यहाँ बहुत है, बहुत ज़्यादा। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ ਮੈਮ ਮੇਰਾ ਨਾਮ ਪ੍ਰਿੰਸ ਹੈ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿ ਰਹੇ ਹੋ? ਮੈਨੂੰ ਮੈਮ ਫਿਲਹਾਲ 3.5 ਮਹੀਨੇ ਹੋਏ ਕੈਨੇਡਾ ਵਿੱਚ। ਹਾਲੇ ਨਵੇਂ ਹੋ, ਫਿਰ ਕਿਦਾਂ ਦਾ ਰਿਹਾ ਐਕਸਪੀਰੀਅੰਸ? ਐਕਸਪੀਰੀਅੰਸ ਫਿਲਹਾਲ ਪਹਿਲਾਂ ਤਾਂ ਜੋ ਸਾਰਿਆਂ ਨੂੰ ਹੁੰਦਾ ਹੀ ਆ, ਦਿਲ ਲਾਣਾ ਬੜਾ ਔਖਾ ਇੱਥੇ ਤੇ ਬਾਕੀ ਸਟਰਗਲ ਲਾਈਫ ਹੈ ਕਾਫੀ। ਇੰਡੀਆ ਨਾਲੋਂ ਬਿਲਕੁਲ ਉਲਟਾ ਹੈ ਜੀ, ਬਿਲਕੁਲ ਇੱਥੇ ਜੋ ਆਪਾਂ ਇੱਥੇ ਸੋਚ ਕੇ ਆਨੇ ਆ ਉੱਥੋਂ ਨਾ, ਇੰਡੀਆ ਤੋਂ ਇੱਕ ਪਰਸਪੈਕਟਿਵ ਹੁੰਦਾ ਹੈ ਮਨ ਦੇ ਵਿੱਚ, ਉਸ ਦੇ ਨਾਲੋਂ ਬਿਲਕੁਲ ਉਲਟਾ ਹੈ ਲਾਈਫ ਇੱਥੇ।
ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਲੱਗਿਆ ਵੀ ਮੈਂ ਤਾਂ ਕੁਝ ਹੋਰ ਸੋਚ ਕੇ ਆਇਆ ਸੀ ਇੱਥੇ ਕੁਝ ਹੋਰ ਹੀ ਨਿਕਲ ਗਿਆ? ਆਪਾਂ ਕਹਿ ਸਕਦੇ ਹਾਂ ਇੱਕ ਤਾਂ ਵੈਦਰ, ਮਤਲਬ ਇੰਨਾ ਸੋਚਿਆ ਨਹੀਂ ਸੀ ਐਕਸਟ੍ਰੀਮ ਹੋ ਸਕਦਾ ਵੈਦਰ ਇੱਥੇ, ਪਰ ਇੱਕ ਉਹ ਹੋ ਗਿਆ। ਦੂਸਰਾ ਇੱਥੇ ਕੰਮ ਦੀ ਗੱਲ ਕਰ ਸਕਦੇ ਆਪਾਂ, ਮਤਲਬ ਕੰਮ ਲੱਭਣਾ ਔਖਾ ਥੋੜ੍ਹਾ ਜਿਹਾ ਇੱਥੇ ਸ਼ੁਰੂ ਵਿੱਚ ਨਵੇਂ ਬੰਦੇ ਵਾਸਤੇ ਤਾਂ ਥੋੜ੍ਹਾ ਸਟਰਗਲਿੰਗ ਬਹੁਤ ਹੈ। ਕੰਮ ਦੀ ਤੁਸੀਂ ਗੱਲ ਕੀਤੀ ਹੈ ਤੇ ਮੈਂ ਪੁੱਛਣਾ ਚਾਹੂੰਗੀ ਕੰਮ ਕਰਦੇ ਹੋ ਫਿਲਹਾਲ, ਕਿੱਥੇ ਕਰਦੇ ਹੋ ਜੀ? ਯੈਸ ਮੈਂ ਕੰਮ ਕਰਦਾ ਫਿਲਹਾਲ ਔਨ ਕਾਲ ਹੀ ਹੈ, ਜਿੱਦਾਂ ਮਤਲਬ ਏਜੰਸੀ ਥਰੂ ਜਿੱਥੋਂ ਸ਼ਿਫਟ ਮਿਲ ਜਾਵੇ ਉੱਥੇ ਜਾਂਦੇ ਹੁੰਦੇ ਆ। ਹਾਂਜੀ, ਕਹਿੰਦੇ ਆ ਕਿ ਏਜੰਸੀ ਵਾਲੇ ਤੰਗ ਬਹੁਤ ਕਰਦੇ ਆ, ਹੋਇਆ ਕਦੇ ਇਦਾਂ? ਇਹ ਬਿਲਕੁਲ ਰੀਸੈਂਟ ਮੈਂ ਅੱਜ ਦੀ ਤੁਹਾਨੂੰ ਗੱਲ ਦੱਸ ਰਿਹਾ ਹਾਂ। ਅੱਜ ਮੈਂ ਜਿੱਥੇ ਮੇਰੀ ਕੰਮ ਸੀਗਾ ਮੈਂ ਉੱਥੇ ਗਿਆ, ਉੱਥੇ ਕਹਿੰਦੇ ਵੀ ਸੌਰੀ ਬੰਦੇ ਫੁੱਲ ਹੈ, ਤੇ ਹੁਣ ਮੈਂ ਵਾਪਸ ਆ ਰਿਹਾ ਉੱਥੋਂ। ਫਿਰ ਮੈਂ ਏਜੰਸੀ ਵਾਲਿਆਂ ਨੂੰ ਕਾਲ ਕੀਤਾ, ਹੁਣ ਫਿਰ ਉਹ ਵੀ ਕਹਿ ਰਹੇ ਆ ਸੌਰੀ ਫੀਲ ਕਰ ਰਹੇ ਆ। ਮੇਰਾ ਸਾਰਾ ਦਿਨ ਖਰਾਬ ਹੈ। ਮਤਲਬ ਕੰਮ ਤੇ ਬੁਲਾ ਕੇ ਬਾਅਦ ਵਿੱਚ ਵਾਪਸ ਭੇਜ ਦਿੰਦੇ? ਯੈਸ ਮੇਰੇ ਨਾਲ 2 ਵਾਰ ਹੋ ਚੁੱਕਾ ਇੱਦਾਂ। ਤੇ ਇਸੇ ਦਿਨ ਹੀ ਹੁਣ ਮੈਂ ਗੱਲ ਕਰੂੰਗੀ ਕਿ ਇੱਥੇ ਘਰ ਵਗੈਰਾ ਲੱਭਣਾ ਜਦੋਂ ਤੁਸੀਂ ਆਏ ਸੀ ਉਦੋਂ ਕਿੰਨਾ ਕੁ ਔਖਾ ਲੱਗਦਾ ਹੈ? ਐਕਚੁਅਲੀ ਮੈਨੂੰ ਤਾਂ ਨਹੀਂ ਲੱਗਾ, ਕਿਉਂਕਿ ਮੇਰਾ ਐਕਚੁਅਲੀ ਇੱਥੇ ਫਰੈਂਡ ਸੀਗਾ, ਮੈਂ ਉਹਦੇ ਕੋਲ ਆਇਆ ਸੀਗਾ, ਤੇ ਹੁਣ ਵੀ ਮੈਂ ਉਹਦੇ ਨਾਲ ਹੀ ਰਹਿ ਰਿਹਾ ਬੇਸਮੈਂਟ ਦੇ ਵਿੱਚ। ਇਹ ਕਿੰਨਾ ਕੁ ਰੈਂਟ ਆ ਜਾਂਦਾ ਆ ਬੇਸਮੈਂਟ ਦਾ ਪੂਰਾ? ਬੇਸਮੈਂਟ ਮੈਮ ਇਹ ਡਿਪੈਂਡ ਕਰਦਾ ਹੈ, ਅਗਰ ਤੁਸੀਂ ਸ਼ੇਅਰਿੰਗ ਤੇ ਆ ਤਾਂ ਫਿਰ ਉਹੀ ਤੁਹਾਡਾ ਡਿਵਾਈਡ ਹੋ ਜਾਂਦਾ ਆ। ਜਿੱਦਾਂ ਮਤਲਬ ਕਿ ਤੁਸੀਂ 2 ਬੈਡਰੂਮ ਬੇਸਮੈਂਟ 'ਚ ਤੁਸੀਂ 4 ਮੁੰਡੇ ਰਹਿ ਰਹੇ ਆ, ਇਹ ਅਪਰੋਕਸੀਮੇਟਲੀ ਤੁਹਾਡਾ 350 ਤੋਂ 400 ਦੇ ਵਿੱਚ ਪਰ ਪਰਸਨ ਇੰਨਾ ਕੁ ਹੋ ਜਾਂਦਾ ਖਰਚਾ। ਤੇ ਕਦੇ ਹੋਇਆ ਕਿ ਓਨਰ ਨੇ ਤੰਗ ਪਰੇਸ਼ਾਨ ਕੀਤਾ ਹੋਵੇ? ਨਹੀਂ ਮੈਮ, ਬਾਏ ਗੋਡ ਗ੍ਰੇਸ ਓਨਰ ਸਾਨੂੰ ਵਧੀਆ ਟੱਕਰਿਆ ਜੀ ਹੁਣ ਤੱਕ। ਤੇ ਸੁਣਿਆ ਹੈ ਬਾਕੀ ਸਟੂਡੈਂਟਸ ਤੋਂ ਕਿ ਕਈ ਪਰੇਸ਼ਾਨ ਕਰਦੇ ਆ, ਜਿੱਦਾਂ ਮਤਲਬ ਤੁਹਾਡੀ ਪ੍ਰਾਈਵੇਸੀ ਵਗੈਰਾ ਨਾਲ ਵੀ ਉਹ ਕੀ ਕਹਿੰਦੇ ਆ ਡੀਲ, ਤੁਸੀਂ ਮਤਲਬ ਆਪਣੀ ਪ੍ਰਾਈਵੇਸੀ ਨਹੀਂ ਰੱਖ ਸਕਦੇ ਹੈਗੇ। ਤੇ ਮੋਰ ਓਵਰ ਰੈਂਟ ਵਗੈਰਾ ਦੇ ਟਾਈਮ ਵੀ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਆ ਕਈ, ਮਤਲਬ ਕਈ ਪ੍ਰੋਬਲਮਸ ਆਉਂਦੀਆਂ ਮੈਨੂੰ ਪਤਾ ਲੱਗਿਆ ਬਾਕੀ ਸਟੂਡੈਂਟਸ ਤੋਂ। ਤੇ ਇੱਕ ਫਿਲਹਾਲ ਮੈਂ ਤੁਹਾਡੇ ਕੋਲ ਕਾਲਜ ਇੰਸ਼ੋਰੈਂਸ ਹੋਊਗੀ? ਯੈਸ ਮੈਮ। ਤੇ ਜੇਕਰ ਗੱਲ ਕਰੀਏ ਜਿਹੜੇ ਆਪਣੇ ਇੱਥੇ ਟੂਰਿਸਟ ਆਉਂਦੇ ਆ ਫਿਰ ਆਪਣੇ ਪੇਰੈਂਟਸ ਆਉਂਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀਗੀ, ਤੇ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਹੋਣੀ ਚਾਹੀਦੀ ਹੈ ਜਾਂ ਕਿੱਦਾਂ ਕੀ ਹਿਸਾਬ ਹੋਣਾ ਚਾਹੀਦਾ? ਯੈਸ ਮੈਮ, ਉਹਨਾਂ ਕੋਲ ਹੋਣੀ ਚਾਹੀਦੀ, ਕਿਉਂਕਿ ਜਿੰਨਾ ਕੁ ਮੈਂ ਇੱਥੇ ਐਕਸਪੀਰੀਅੰਸ ਕੀਤਾ ਹੈ ਰੀਸੈਂਟਲੀ, ਮੇਰੇ ਫਰੈਂਡ ਦਾ ਨਾ ਉਹਨੂੰ ਕਿਡਨੀ ਸਟੋਨ ਪੇਨ ਹੋਈ ਸੀਗੀ, ਤੇ ਉਹਨੂੰ ਮਤਲਬ ਇੰਸ਼ੋਰੈਂਸ ਦੇ ਕਰਕੇ ਹੀ ਉਹਦਾ ਟ੍ਰੀਟਮੈਂਟ ਵਧੀਆ ਹੋ ਗਿਆ। ਤੇ ਮਤਲਬ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ, ਮੈਂ ਕਰਵਾਈ ਸੀਗੀ, ਇੰਡੀਆ ਤੋਂ ਹੀ ਕਰਵਾ ਕੇ ਆਇਆ ਸੀਗਾ ਆਪਣੀ ਵੀ ਇੰਸ਼ੋਰੈਂਸ। ਤੇ ਜਦੋਂ ਆਪਣੇ ਕੋਲ ਕਈ ਵਾਰੀ ਹੁੰਦਾ ਕਿ ਇੰਸ਼ੋਰੈਂਸ ਹੁੰਦੀ ਨਹੀਂਗੀ, ਬਾਅਦ ਵਿੱਚ ਜੇਕਰ ਇੱਥੇ ਕੋਈ ਵੀ ਮਿਸ ਹੈਪਨਿੰਗ ਹੁੰਦੀ ਆ ਤਾਂ ਫਿਰ ਗੋ ਫੰਡ ਵਗੈਰਾ ਜਿਹੜੇ ਹੈਗੇ ਇਕੱਠੇ ਕਰਨੇ ਪੈਂਦੇ ਆ, ਤੇ ਇਹਦੇ ਨਾਲ ਫਿਰ ਤੁਹਾਨੂੰ ਲੱਗਦਾ ਕਿ ਪਹਿਲਾਂ ਇੰਸ਼ੋਰੈਂਸ ਹੋਣੀ ਚਾਹੀਦੀ ਹੈ? ਯੈਸ ਮੈਮ, ਇੰਸ਼ੋਰੈਂਸ ਹੋਣੀ ਜ਼ਰੂਰੀ ਹੈ ਇੱਥੇ ਬਿਲਕੁਲ। ਤੇ ਜਿਹੜੇ ਸਟੂਡੈਂਟਸ ਆ ਰਹੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬਸ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਪਹਿਲਾਂ ਤੋਂ ਹੀ ਆਪਣਾ ਮਾਈਂਡ ਸੈਟ ਕਰਕੇ ਆਣ ਇੱਥੇ, ਵੀ ਲਾਈਫ ਈਜ਼ੀ ਆ, ਪੈਸਾ ਵੀ ਹੈ, ਸਭ ਕੁਝ ਹੈ, ਤੁਸੀਂ ਕਮਾਉਂਦੇ ਵੀ, ਤੁਸੀਂ ਵਧੀਆ ਖਾਂਦੇ ਵੀ ਆ, ਬਸ ਥੋੜਾ ਦਿਲ ਰੱਖਣਾ ਪੈਂਦਾ ਆ, ਹੌਲੀ ਪੈਰ ਲੱਗਦੇ ਆ ਇਸ ਮੁਲਕ ਦੇ ਵਿੱਚ। ਕਿੱਦਾਂ ਲੱਗਿਆ ਫਿਰ ਕੈਨੇਡਾ? ਘੈਂਟ ਹੈ ਜੀ, ਘੈਂਟ ਦੇ ਵਿੱਚ ਕੀ ਚੀਜ਼ ਸਭ ਤੋਂ ਘੈਂਟ ਲੱਗੀ? ਮਤਲਬ ਸਾਰਾ ਕੁਝ ਹੀ ਘੈਂਟ ਹੈ ਜੀ, ਕੋਈ ਚੱਕਰ ਨਹੀਂ ਹੈਗਾ, ਬਸ ਠੀਕ ਆ, ਕੰਮ ਚੱਲੀ ਜਾਂਦਾ, ਵਧੀਆ ਲੋਟ ਆਇਆ ਵਾ ਇੱਥੇ, ਵਧੀਆ ਕੰਮ ਵੀ ਸਹੀ ਮਿਲਿਆ ਵਾ, ਓਕੇ ਰਿਪੋਰਟ ਬਸ। ਤੇ ਜਦੋਂ ਨਵੇਂ ਆਏ ਸੀਗੇ ਕਿਉਂਕਿ ਉਦੋਂ ਤਾਂ ਕੁਆਰੰਟਾਈਨ ਕੀਤਾ ਹੋਣਾ ਫਿਰ? ਹਾਂਜੀ, ਮਤਲਬ ਖਾਸਾ ਮਹਿੰਗਾ ਪੈ ਗਿਆ ਕੰਮ, ਟਿਕਟ ਟੁੱਟ ਤੇ ਵੀ ਇੰਡੀਆ ਤੋਂ ਖਾਸੀਆਂ ਕੰਟਰੀਆਂ ਥਰੂ ਘੁੰਮ ਕੇ ਆਏ ਆ, ਤੇ ਇੱਥੇ ਆ ਕੇ ਵੀ ਵਾਵਾ ਮਤਲਬ ਕੁਆਰੰਟਾਈਨ 'ਚ ਕੱਢਿਆ ਦਿਨ, ਬਹੁਤ ਔਖੇ ਨਿਕਲੇ। ਤੇ ਜੇ ਗੱਲ ਕਰੀਏ ਆਪਾਂ ਸਟੂਡੈਂਟ ਲਾਈਫ ਦੇ ਸਟਰਗਲ ਦੀ, ਹਾਲੇ ਤੁਹਾਡੀ ਸਟਰਗਲ ਸ਼ੁਰੂ ਹੋਈ ਹੈ, ਪਰ ਜੇ ਆਪਾਂ ਸਭ ਤੋਂ ਸ਼ੁਰੂਆਤੀ ਸਟਰਗਲ ਦੀ ਗੱਲ ਕਰੀਏ, ਇੱਕ ਰੂਮ ਲੱਭਣਾ ਸਭ ਤੋਂ ਔਖਾ ਹੁੰਦਾ, ਉਹਦੇ 'ਚ ਕੋਈ ਪ੍ਰੋਬਲਮ ਆਈ? ਹਾਂਜੀ, ਬਹੁਤ ਜ਼ਿਆਦਾ। ਪਹਿਲਾਂ ਅਸੀਂ ਰੂਮ ਲੱਭਿਆ, ਬੇਸਮੈਂਟ ਲੱਭੀ ਸੀਗੀ ਇੱਕ, ਤੇ ਉਹ ਬੇਸਮੈਂਟ 'ਚ ਅਸੀਂ ਸ਼ਿਫਟ ਕੀਤਾ, ਤੇ ਉਹ ਬੇਸਮੈਂਟ ਨਿਕਲ ਗਈ ਇਲੀਗਲ। ਜਦੋਂ ਅਸੀਂ ਸ਼ਿਫਟ ਕਰ ਚੁੱਕੇ ਸੀ ਮੇਰਾ ਸਮਾਨ ਉੱਥੇ ਪਿਆ ਸੀਗਾ, ਤੇ ਉਸ ਤੋਂ ਬਾਅਦ ਓਨਰ ਦਾ ਫੋਨ ਆਇਆ ਵੀ ਤੁਹਾਡੀ ਬੇਸਮੈਂਟ ਹੈਗੀ ਹੈ ਜਿਹੜੀ ਉਹ ਹੈਗੀ ਆ ਇਲੀਗਲ, ਤੇ ਇਲੀਗਲ ਤੇ ਅਸੀਂ ਬਾਅਦ 'ਚੋਂ ਗਏ, ਮਤਲਬ ਹੁਣ ਕੋ ਸਰਦਾ ਨਹੀਂ, ਇਹ ਹੋਰ ਬੇਸਮੈਂਟ ਕੀਤੀ। ਉਹ ਬੇਸਮੈਂਟ 'ਚ ਅਸੀਂ ਹੁਣ ਮਤਲਬ 2 ਜਾਣੇ ਤਾਂ 1600 ਕਿੱਥੇ ਦੇ ਸਕਦੇ ਸੀਗੇ, ਅਸੀਂ ਔਖੇ ਸੌਖੇ ਕਰਕੇ 2 ਜਾਣੇ ਹੋਰ ਕੀਤੇ, ਤੇ 2 ਜਾਣਿਆਂ ਨਾਲ ਗੱਲ ਨਹੀਂ ਬਣੀ। ਫਿਰ ਅਸੀਂ ਉਹ ਮੁੰਡੇ ਜਵਾਬ ਦੇ ਕੇ ਆ ਗਏ, ਤੇ ਮੈਂ ਜਮਾ ਹੀ ਮਤਲਬ ਮੈਂ ਸੀਗਾ ਜਿਹੜਾ ਜਮਾ ਮਤਲਬ ਬੇਘਰ ਜਾ ਹੋ ਗਿਆ ਸੀ ਇੱਕ ਵਾਰੀ। ਪਰ ਮੇਰੇ ਨਾਲ ਦੇ ਦਿਹਾੜੀ ਮੈਨੂੰ ਵੀ ਜਾਣਦੇ ਸੀ, ਮੋਗੇ ਸਾਡੇ ਨਾਲ ਸੈਕਰਡ ਹਾਰਟ 'ਚ ਪੜ੍ਹੇ ਵੇ ਆ ਉਹ, ਮੈਂ ਨਹੀਂ ਸੈਕਰਡ ਹਾਰਟ ਸੀਗਾ, ਮੇਰੇ ਨਾਲ ਦੇ ਮੁੰਡੇ ਦਿਹਾੜੀ ਸੀਗੇ, ਮੈਂ ਮੋਗੇ ਤੋਂ ਕਰਕੇ ਜਾਣਦੇ ਸੀਗੇ, ਤੇ ਉਹਨਾਂ ਨੇ ਮੈਨੂੰ ਰੱਖ ਲਿਆ ਥੋੜ੍ਹੇ ਦਿਨ, ਮਤਲਬ 20 ਦਿਨ ਰੱਖ ਲਿਆ, ਕਾਫੀ ਹੁੰਦਾ ਬੰਦੇ ਲਈ, ਕੋਈ 20 ਦਿਨ ਤਾਂ ਇੱਥੇ ਰੱਖਦਾ ਹੀ ਨਹੀਂ ਹੈਗਾ ਵੈਸੇ। ਤੇ ਬਸ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦਾ ਮੈਂ ਵੀ ਉਹਨਾਂ ਨੇ ਰੱਖ ਲਿਆ। ਹੁਣ ਉਸ ਤੋਂ ਬਾਅਦ ਲੱਭ ਲਿਆ ਸੀਗਾ ਇੱਥੇ ਨਾਲ ਦੀ ਸਟਰੀਟ 'ਚ ਹੀ ਆ ਘਰ ਮੇਰਾ, ਤੇ ਓਕੇ ਰਿਪੋਰਟ ਉੱਥੇ $400 ਮਹੀਨੇ 'ਤੇ ਲਿਆ ਵਾ, ਮਤਲਬ ਉੱਪਰ ਹੀ ਰਹਿੰਦੇ ਆ,
ਅੱਛਾ ਫਸਟ ਫਲੋਰ ਤੇ। ਹਾਂਜੀ ਜਿਵੇਂ ਤੁਸੀਂ ਗੱਲ ਕੀਤੀ ਇਲੀਗਲ ਬੇਸਮੈਂਟ ਦੀ, ਅੱਜ ਕੱਲ੍ਹ ਇਹ ਕਾਫੀ ਜ਼ਿਆਦਾ ਚੀਜ਼ ਜਿਹੜੀ ਚੱਲ ਰਹੀ ਹੈ ਕਿ ਇਹ ਬੇਸਮੈਂਟ ਹੈ ਇਲੀਗਲ ਇੱਥੇ ਓਨਰਸ ਆ ਜਿਹੜੇ ਰੱਖ ਰਹੇ ਆ। ਤੇ ਉਸ ਜੇ ਗੱਲ ਕਰੀਏ ਤੁਸੀਂ ਘਰ ਦੇ ਵਿੱਚ ਕਿੰਨੇ ਜਾਣੇ ਰਹਿੰਦੇ, ਕਿਉਂਕਿ ਉਹ ਵੀ ਇਲੀਗਲ ਕਾਫੀ ਜਾਣੇ ਰਹਿ ਰਹੇ ਆ ਅੱਜ ਕੱਲ੍ਹ। ਅਸੀਂ ਘਰ ਦੇ ਵਿੱਚ ਥੋੜ੍ਹੇ ਹੀ ਰਹਿੰਦੇ ਹਾਂ, 6-7 ਜਣੇ ਰਹਿੰਦੇ ਹਾਂ, ਕਿਉਂਕਿ ਮਤਲਬ ਇੱਕ ਰੂਮ 'ਚ 2 ਕੁ ਜਣੇ ਹੁੰਦੇ ਆ ਤੇ 3-4 ਰੂਮ ਆ। ਜਦੋਂ ਤੁਸੀਂ ਫਿਰ ਇੱਥੇ ਕੈਨੇਡਾ ਆਏ ਸੀਗੇ ਤਾਂ ਆਪਣੇ ਇਹ ਸਟਰਗਲ ਦੀ ਗੱਲ ਹੋ ਗਈ, ਤੇ 에ਅਰਪੋਰਟ ਤੋਂ ਰਿਸੀਵ ਕਿਹਨੇ ਕੀਤਾ ਸੀ? ਏਅਰਪੋਰਟ ਤੋਂ ਰਿਸੀਵ ਹੁਣ ਕੁਆਰੰਟਾਈਨ ਕਰਕੇ ਏਅਰਪੋਰਟ ਵਾਲੀਆਂ ਬੱਸਾਂ ਹੀ ਰਿਸੀਵ ਕਰਦੀਆਂ ਜੀ, ਤੇ ਇਹ ਉਹ ਸਿੱਧਾ ਮੈਨੂੰ ਹੋਟਲ 'ਚ ਲੈ ਗਈ, ਵੱਡਾ ਹੋਟਲ ਉੱਥੇ ਕਰਾਊਨ ਪਲਾਜ਼ਾ ਹੋਟਲ ਆ, ਉਹ 'ਚ ਲੈ ਗਏ। ਤੇ ਉਸ ਤੋਂ ਬਾਅਦ ਜਿਹੜਾ ਸ਼ਿਫਟ ਕੀਤਾ, ਉਸ ਤੋਂ ਬਾਅਦ ਉਹ ਮੇਰੇ ਹੋਰ ਆੜੀ ਸੀ, ਮੇਰੇ ਭਰਾ ਦੇ ਆੜੀ, ਉਹ ਵੀ ਇੱਥੇ ਰਹਿੰਦੇ ਆ, ਤੇ ਉਹ ਮੈਨੂੰ ਲੈ ਕੇ ਗਾਹਾਂ ਅਗਲੀ ਹੋਟਲ 'ਚ ਸ਼ਿਫਟ ਕਰਤਾ ਉਹਨਾਂ ਨੇ ਕੁਆਰੰਟਾਈਨ ਲਈ ਅਗਲੇ 11 ਦਿਨਾਂ ਵਾਸਤੇ। ਤੇ ਜਦੋਂ ਹੁਣ ਤੁਸੀਂ ਨਵੇਂ ਆਏ ਹੋ, ਤੁਹਾਡਾ ਕੀ ਪਲਾਨ ਆ? ਗੱਡੀ ਹੁਣੇ ਲੈਣੀ ਹੈ ਕਿ ਰੁੱਕ ਕੇ ਲੈਣੀ ਆ? ਗੱਡੀ ਦੇਖੋ ਜੀ, ਜੇ ਨਿਕਲਿਆ ਹੀ ਤਾਂ ਹੁਣੇ ਲੈ ਲਾਂਗੇ, ਤੇ ਨਹੀਂ ਕਿਉਂਕਿ ਬੱਸਾਂ 'ਚ ਮੈਂ ਕਾਫੀ ਵਾਰੀ, ਇੱਕ ਵਾਰੀ ਮੈਂ ਇੱਧਰ ਨੂੰ ਤੁਰ ਗਿਆ, ਘਰ ਮੇਰਾ ਸੀਗਾ ਇੱਧਰਲੇ ਪਾਸੇ, ਤੇ ਮੈਂ ਨਾ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਹੁੰਦਾ ਬੱਸਾਂ 'ਚ, ਤੇ ਲੈ ਲਾਂਗੇ ਕੋਈ ਨਹੀਂ। ਕਹਿੰਦੇ ਆ ਕਿ ਆਉਂਦੇ ਆ ਸਰ ਜਦੋਂ ਸਟੂਡੈਂਟ ਮਹਿੰਗੀਆਂ ਗੱਡੀਆਂ ਲੈ ਲੈਂਦੇ ਆ, ਤੁਹਾਨੂੰ ਕੀ ਲੱਗਦਾ ਕਿ ਮਹਿੰਗੀ ਗੱਡੀ ਲੈਣੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ? ਮਹਿੰਗੀ ਗੱਡੀ ਤਾਂ ਜੀ ਆਪਦੇ ਤੇ ਹੁੰਦਾ ਜੀ, ਜੇ ਬੰਦਾ ਅਫੋਰਡ ਕਰ ਸਕਦਾ ਤਾਂ ਲੈ ਲੈ, ਨਹੀਂ ਹੁੰਦਾ ਤਾਂ ਠੀਕ ਆ, ਨਹੀਂ ਰਹਿਣ ਦੀ। ਕੰਮਕਾਰ ਦਾ ਕਿੱਦਾਂ ਆ ਫਿਰ ਕੈਨੇਡਾ ਦੇ ਵਿੱਚ? ਕੰਮਕਾਰ ਵਾਧੂ ਆ ਜੀ, ਵਾਧੂ ਏਜੰਸੀਆਂ ਇੱਥੇ, ਮਤਲਬ ਬੁਲਾ ਸੱਦਦੇ ਆ ਵੀ ਆ ਜਾ ਕੰਮ ਕਰ ਜਾ, ਸਾਡੇ ਕੋਲੇ ਵੀ ਕੋਈ ਹੈ ਨਹੀਂਗਾ ਉੱਡਾ ਕੰਮ। ਤਾਂ ਮੈਂ ਜਿੱਦਣ ਦਾ ਆਇਆ ਬਈ, ਪਹਿਲੇ ਦਿਨ ਤੋਂ ਬਾਹਰ ਨਿਕਲਿਆ ਕੁਆਰੰਟਾਈਨ ਤੋਂ, ਉਦੋਂ ਦਾ ਹੀ ਕੰਮ ਤੇ ਜਾਂਦਾ, ਪਰ ਮੈਂ ਉਹ ਆਪ ਹੀ ਘੋਲ ਕਰ ਜਾਂਦਾ, ਕੰਮ ਕੁਮ ਛੱਡਤੇ 2-3 ਵਾਰੀ। ਹੁਣ ਮੈਂ ਰੈਗੂਲਰ ਜਾ ਹੋਇਆਗਾ, ਵਧੀਆ ਡਾਲਰਾਂ ਤੇ ਪੇ ਮਿਲਦੀ ਸੀ, ਚੱਲ ਮੈਂ ਕਿਹਾ ਚੱਲ ਜਾ ਵੜਿਆ ਕਰੀਏ। ਤੇ ਜਿਹੜੇ ਸਟੂਡੈਂਟਸ ਹੁਣ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆ ਜਾਓ, ਵਧੀਆ ਗੱਲ ਆ, ਵੈਲਕਮ ਆ ਜੀ, ਤੇ ਬਸ ਠੀਕ ਆ, ਸਿਰਾ ਕੰਮ ਇੱਥੇ ਲੋਟ ਆ। ਕਿੱਦਾਂ ਲੱਗਿਆ ਕੈਨੇਡਾ? ਵਧੀਆ, ਹਜੇ ਤਾਂ ਕੁਝ ਮਤਲਬ ਇੰਨਾ ਗਏ ਨਹੀਂ, ਸਟਾਰਟਿੰਗ ਹੈ, ਹਜੇ ਤਾਂ ਨੇੜੇ ਤੇੜੇ ਗਏ ਸੀ। ਤੇ ਜਦੋਂ ਆਏ ਸੀਗੇ ਇੰਡੀਆ ਤੋਂ ਸੋਚ ਕੇ ਆਏ ਹੋਣਗੇ ਕਿ ਕੈਨੇਡਾ ਇਦਾਂ ਦਾ ਹੋਊਗਾ ਉਦਾਂ ਦਾ ਹੋਊਗਾ, ਸਾਰਾ ਕੁਝ ਮਿਲ ਗਿਆ ਫਿਰ? ਨਹੀਂ ਸੋਚਿਆ ਤਾਂ ਪਤਾ ਹੀ ਸੀਗਾ ਕਿ ਹਾਰਡ ਵਰਕ ਤਾਂ ਇੱਥੇ ਕਰਨਾ ਹੀ ਪੈਂਦਾ, ਸਟਰਗਲਸ ਹੈਗੇ ਹੀ ਹੈ, ਬਾਕੀ ਹਜੇ ਸਟਾਰਟਿੰਗ ਹੈ, ਇੰਨਾ ਕੁਝ ਕੀਤਾ ਨਹੀਂ ਹਜੇ, ਲਾਈਕ ਜੌਬਸ ਹੀ ਫਾਈਂਡ ਆਊਟ ਕਰ ਰਹੀ ਹਾਂ, ਹੋਰ ਤਾਂ ਕੁਝ ਵੀ ਨਹੀਂ। ਜੌਬਸ ਦੀ ਤੁਸੀਂ ਗੱਲ ਕੀਤੀ ਹੈ, ਕਿੰਨਾ ਕੁ ਔਖਾ ਹੈ ਇੱਥੇ ਕੰਮ ਲੱਭਣਾ ਤੁਹਾਨੂੰ ਲੱਗਦਾ ਹੈ? ਠੀਕ ਹੈ, ਔਖਾ ਵੀ ਨਹੀਂ ਗਾ, ਕੁਝ ਇੰਨਾ ਈਜ਼ੀ ਵੀ ਨਹੀਂ ਗਾ, ਲਾਈਕ ਵੀਡੀਓਕਰ ਹੈ, ਤੁਹਾਨੂੰ ਲੱਭਣਾ ਤਾਂ ਪੈਂਦਾ ਹੀ ਹੈ ਹਰ ਜਗ੍ਹਾ ਜਾ ਕੇ, ਆਨਲਾਈਨ ਕਰਕੇ, ਕੋਈ ਤੁਹਾਨੂੰ ਹਾਇਰ ਕਰੂਗਾ, ਕੋਈ ਨਹੀਂ ਕਰੂਗਾ, ਕੋਈ ਬੁਲਾ ਕੇ ਕਹਿੰਦੇ ਕਿ ਵਰਕ ਕਰੋ, ਕੋਈ ਰੂਡ ਹੈ, ਕੋਈ ਵਧੀਆ ਵੀ ਹੈ ਨਹੀਂਗਾ ਕਿ ਬਈ ਸੇਮ ਹੈ, ਸਾਰੇ ਡਿਫਰੈਂਟ ਪੀਪਲ ਆ ਇੱਥੇ ਸਾਰੇ। ਤੇ ਜਦੋਂ ਦੇ ਤੁਸੀਂ ਆਏ ਤੁਹਾਨੂੰ ਕੰਮ ਮਿਲ ਗਿਆ ਵਾ ਹੁਣ ਇੱਥੇ? ਨਹੀਂ, ਹਜੇ ਮੈਂ ਫਾਈਂਡ ਆਊਟ ਕਰ ਰਹੀ ਹਾਂ। ਤੇ ਆਪਣਾ ਇੱਕ ਹੋਰ ਸਭ ਤੋਂ ਜਦੋਂ ਪਹਿਲਾਂ ਆਉਣਾ ਹੈ ਕਿ ਆਪਾਂ ਨੂੰ ਰਹਿਣ ਦੇ ਲਈ ਜਗ੍ਹਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ, ਤੇ ਤੁਹਾਨੂੰ ਇੱਥੇ ਆ ਕੇ ਘਰ ਲੱਭਣ ਦੇ ਵਿੱਚ ਕੋਈ ਸਟਰਗਲ ਕਰਨਾ? ਹਜੇ ਤਾਂ ਮੈਂ ਆਪਣੇ ਰਿਲੇਟਿਵਸ ਕੋਲ ਰਹਿ ਰਹੀ ਹਾਂ, ਉਸ ਤੋਂ ਬਾਅਦ ਦੇਖਾਂਗੇ ਜਦੋਂ ਸ਼ਿਫਟ ਹੋਣਾ ਹੋਇਆ ਉਦੋਂ। ਹਜੇ ਰਹਿਣ ਦਾ ਤਾਂ ਕੋਈ ਇੰਨਾ ਟਫ ਨਹੀਂ ਲੱਗਾ। ਤੇ ਮਾਹੌਲ ਕਿਦਾਂ ਦਾ ਲੱਗਿਆ? ਸਾਰਾ ਕੁਝ ਅਜੀਬ ਜਿਹਾ ਲੱਗਿਆ? ਨਹੀਂ, ਵਧੀਆ, ਇੰਡੀਆ ਨਾਲੋਂ ਥੋੜਾ ਬੈਟਰ ਆ। ਤੇ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਦੀ ਲਾਈਫ ਹੈ ਜਿਹੜੀ ਇੱਥੇ ਸੇਫ ਆ ਪੂਰੀ? ਸੇਫ ਹੈ। ਤੇ ਜਿਹੜੇ ਲੋਕ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆਈ ਥਿੰਕ ਉਹਨਾਂ ਨੂੰ ਆਉਣਾ ਚਾਹੀਦਾ ਹੈ, ਬਾਕੀ ਜਿਨ੍ਹਾਂ ਨੂੰ ਆਈ ਥਿੰਕ ਲੋੜ ਨਹੀਂ ਗੀ ਇੱਥੇ ਆਉਣ ਦੀ, ਜੋ ਇੰਡੀਆ ਹੀ ਸੈਟਲ ਹੈ, ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਜਿਨ੍ਹਾਂ ਨੂੰ ਹੈ ਕਿ ਬਈ ਕੁਝ ਨਿਊ ਸਿੱਖਣਾ ਹੈ ਜਾਂ ਕੁਝ ਐਕਸਪਲੋਰ ਕਰਨਾ ਤਾਂ ਆਉਣਾ ਚਾਹੀਦਾ। ਲਾਈਫ ਇਨ ਕੈਨੇਡਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਓਨਰ ਹੈਗੇ ਆ ਘਰਾਂ ਦੇ, ਉਹ ਜਿਹੜੇ ਸਟੂਡੈਂਟਸ ਆ ਜਾਂ ਫਿਰ ਬਾਕੀ ਜਿਹੜੇ ਲੋਕ ਰਹਿ ਰਹੇ ਆ ਪੰਜਾਬੀ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਤੇ ਮੈਨੂੰ ਲੱਗਦਾ ਕਿ ਇਸ ਜਿੱਥੇ ਆਪਾਂ ਰਹਿ ਰਹੇ ਹਾਂ, ਜਿੱਥੇ ਅਸੀਂ ਸ਼ੂਟ ਕਰ ਰਹੇ ਹਾਂ ਇਸ ਟਾਈਮ, ਇੱਥੇ ਜ਼ਿਆਦਾਤਰ ਪੰਜਾਬੀ ਹੀ ਰਹਿੰਦੇ ਆ। ਪੰਜਾਬੀ ਹੋਣ ਦੇ ਨਾਤੇ ਮੈਨੂੰ ਲੱਗਦਾ ਆਪਾਂ ਨੂੰ ਪੰਜਾਬੀ ਨੂੰ ਸਪੋਰਟ ਕਰਨਾ ਚਾਹੀਦਾ, ਨਾ ਕਿ ਇਸ ਤਰ੍ਹਾਂ ਆਪਾਂ ਨੂੰ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਨੀਵਾਂ ਦਿਖਾਉਣਾ ਚਾਹੀਦਾ ਆ। ਤੇ ਇਹੀ ਰਿਕੁਐਸਟ ਆ ਕਿ ਇੱਦਾਂ ਦੇ ਤੰਗ ਪਰੇਸ਼ਾਨ ਕਰਨ ਵਾਲੀਆਂ ਹਰਕਤਾਂ ਆ ਜਿਹੜੀਆਂ ਪਲੀਜ਼ ਨਾ ਕਰਿਆ ਕਰੋ। ਤੇ ਲਾਈਫ ਇਨ ਕੈਨੇਡਾ ਦੇ ਆਪਾਂ ਨਵਾਂ ਐਪੀਸੋਡ ਲੈ ਕੇ ਬਹੁਤ ਜਲਦੀ ਤੁਹਾਡੇ ਰੂਬਰੂ ਹੋਵਾਂਗੇ। ਜੇਕਰ ਤੁਹਾਡੇ ਕੋਈ ਕਮੈਂਟਸ ਹੈਗੇ ਆ ਤਾਂ ਸਾਨੂੰ ਜ਼ਰੂਰ ਦੱਸਿਓ, ਕੁਝ ਦੇਖਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਤਦ ਤੱਕ ਲਈ ਮੈਨੂੰ ਅਰਸ਼ਦੀਪ ਨੂੰ ਤੇ ਕੈਮਰਾਮੈਨ ਹਰਸ਼ ਨੂੰ ਦਿਓ ਇਜਾਜ਼ਤ। ਜੁੜੇ ਰਹੋ ਹਮਦਰ ਟੀਵੀ ਦੇ ਨਾਲ।